ਤੇ ਅੱਗੇ ਆਪਾਂ ਸਟਾਰਟ ਕਰਨ ਲੱਗੇ ਆ। ਕੱਲ 5th B ਐਕਸਰਸਾਈਜ਼ ਆਪਾਂ ਕੀਤੀ ਸੀ। ਅੱਜ ਮੈਂ ਥੋੜਾ ਜਿਹਾ ਅੱਗੇ ਪੜਾਉਣ ਲੱਗਾ। ਕੋਸ਼ਿਸ਼ ਕਰਾਂਗੇ ਵੀ ਅੱਜ ਵੀ ਵੱਡਾ ਲੈਕਚਰ ਹੀ ਲੱਗੇ, ਪਰ ਅੱਜ ਥੋੜਾ ਜਿਹਾ ਨਾ ਮੈਨੂੰ ਘਰ ਤੋਂ ਪੜਾਉਣਾ ਪੈ ਰਿਹਾ ਵਾ। ਕੰਡੀਸ਼ਨ ਆਫ ਟੈਂਜੈਂਸੀ, ਕਿਉਂਕਿ ਅੱਜ ਬਾਹਰ ਜਾਣ ਨਹੀਂ ਦੇ ਰਹੇ। ਕੰਡੀਸ਼ਨ ਆਫ ਟੈਂਜੈਂਸੀ ਬੰਦ ਆ ਨਾ ਇੰਡੀਆ। ਕੀ ਹੈ ਆਪਣੇ ਕੋਲੇ ਰਾਜੇ, ਟੇਂਜੈਂਟ ਹੋਣ ਦੀ ਕੰਡੀਸ਼ਨ ਕੀ ਹੁੰਦੀ ਹੈ? ਸਿੱਧੀ ਜੀ ਗੱਲ ਕਰੀਏ, ਕੋਈ ਵੀ ਕਰਵ ਦੇ ਉੱਪਰ ਇੱਕ ਟੇਂਜੈਂਟ ਡਰਾ ਹੁੰਦਾ ਤਾਂ ਉਹ ਸਿੰਗਲ ਪੁਆਇੰਟ ਤੇ ਟੱਚ ਕਰੂਗਾ। ਜੇ ਕੋਈ ਦੋ ਪੁਆਇੰਟਸ ਤੇ ਟੱਚ ਕਰ ਰਿਹਾ ਤਾਂ ਉਹ ਟੇਂਜੈਂਟ ਨਹੀਂ ਹੋ ਸਕਦਾ। ਇਹੀ ਇਕਲੌਤੀ ਕੰਡੀਸ਼ਨ ਆ ਟੈਂਜੈਂਸੀ ਦੀ। ਬਸ ਇੱਥੋਂ ਸਾਰੀਆਂ ਕੰਡੀਸ਼ਨਸ ਬਣਦੀਆਂ। ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਇਹ ਕੰਡੀਸ਼ਨਸ ਭੁੱਲ ਜਾਂਦੇ ਹੋ ਤਾਂ ਤੁਸੀਂ ਇਹ ਕੰਡੀਸ਼ਨ ਜੇ ਤੁਹਾਨੂੰ ਯਾਦ ਆ ਤਾਂ ਤੁਹਾਡਾ ਕੰਮ ਚੱਲ ਸਕਦਾ ਪੇਪਰ 'ਚ, ਪਰ ਉਹ ਸਟੂਡੈਂਟ ਆ ਜਿਹੜਾ ਬਹੁਤ ਕੈਪੇਬਲ ਚਾਹੀਦਾ, ਠੀਕ ਆ। ਉਹਨੂੰ ਪਤਾ ਹੋਣਾ ਚਾਹੀਦਾ ਕਿ ਬੇਸਿਕ ਕੰਡੀਸ਼ਨ ਇਹੀ ਸੀ, ਤੇ ਕਈ ਕੁਐਸਚਨਾਂ 'ਚ ਆਪਾਂ ਇਹਨੂੰ ਹੀ ਵਰਤਣਾ। ਕੰਡੀਸ਼ਨ ਆਫ ਟੈਂਜੈਂਸੀ ਪੈਰਾਬੋਲਾ ਦੇ ਕੇਸ 'ਚ, ਠੀਕ ਹੈ। ਫਾਈਂਡ ਦ ਕੰਡੀਸ਼ਨ that the line y is equal to mx plus c may touch the parabola। ਹੁਣ ਟੱਚ ਕਰਨ ਦਾ ਤਾਂ ਇੱਕ ਹੀ ਕੰਡੀਸ਼ਨ ਆ ਨਾ, ਪ੍ਰੂਫ ਕੀ ਆਊਗਾ? ਪੈਰਾਬੋਲਾ ਇਹੀ ਮੰਨਣਾ ਆਪਾਂ। ਇਹ ਮੈਂ ਕੱਲ ਹੀ ਦੱਸਤਾ ਸੀ। ਲੈਟ ਦ ਇਕੁਏਸ਼ਨ ਆਫ ਪੈਰਾਬੋਲਾ is y square is equal to 4ax. The equation of line and equation of line is y is equal to mx plus c। ਠੀਕ ਹੈ ਜੀ ਰਾਜੇ, ਸਿੱਧੀ ਜੀ ਗੱਲ ਆ। ਇਹ ਲਾਈਨ ਇਹ ਪੈਰਾਬੋਲਾ ਨੂੰ ਟੱਚ ਕਰੂਗੀ ਤਾਂ ਪੁਆਇੰਟ ਆਫ ਇੰਟਰਸੈਕਸ਼ਨ ਲੱਭੂਗਾ। ਪੁਆਇੰਟ ਆਫ ਇੰਟਰਸੈਕਸ਼ਨ ਲੱਭਣ ਵਾਸਤੇ ਕੀ ਕਰਦੇ ਆ? ਇਹਨਾਂ ਦੋਵਾਂ ਨੂੰ ਸੋਲਵ ਕਰਦੇ ਆ। ਇਹਨਾਂ ਦੋਵਾਂ ਨੂੰ ਕਿਵੇਂ ਸੋਲਵ ਕੀਤਾ ਜਾ ਸਕਦਾ? ਦੇਖੋ, y ਦੀ ਇਹ ਵੈਲਿਊ ਚੱਕ ਕੇ ਇੱਥੇ ਪੁੱਟ ਕਰ ਦਿਓ, x ਕੱਢ ਲਓ, ਫਿਰ ਜੋ x ਆ ਗਿਆ ਚੱਕ ਕੇ y ਦੀ ਜਗ੍ਹਾ ਪੁੱਟ ਕਰ ਦਾਂਗੇ। ਸੋ ਆਪਾਂ ਸਿੰਪਲੀ ਕੀ ਕਰਨਾ, ਆਪਾਂ ਪੁਆਇੰਟ ਆਫ ਇੰਟਰਸੈਕਸ਼ਨ ਕੱਢਣੇ ਆ। ਪੁੱਟ y is equal to mx plus c in 1। ਸੋ ਪੁਆਇੰਟ ਆਫ ਇੰਟਰਸੈਕਸ਼ਨ ਲੱਭੋ। ਕੀ ਆਊਗਾ? m ਸਕੇਅਰ x ਸਕੇਅਰ c ਸਕੇਅਰ 2mxc ਮਾਈਨਸ 4ax ਇਜ਼ ਇਕੁਅਲ ਟੂ 0। ਇੱਥੇ ਇਹਨੂੰ ਸੋਲਵ ਕਰ ਲਓ x 'ਚ, ਕਿਉਂਕਿ x ਦੀ ਵੈਲਿਊ ਲੱਭਣੀ ਹੈ। ਸੋ ਪੋਲੀਨੋਮੀਅਲ ਇਨ x 'ਚ ਬਣਾ ਲਓ। ਬੁੱਕ ਤੇ ਬਣਾਈ ਹੋਈ ਆ, ਮੈਂ ਸਿੱਧੀ ਬਣਾਉਣ ਲੱਗਾ। ਐਂਡ ਤੇ ਰਹਿ ਗਿਆ c ਸਕੇਅਰ ਇਜ਼ ਇਕੁਅਲ ਟੂ 0। ਰਾਜੇ x ਦੀਆਂ ਹੁਣ ਕਿੰਨੀਆਂ ਵੈਲਿਊ ਆਉਣੀਆਂ ਚਾਹੀਦੀਆਂ? ਜੇ ਤਾਂ x ਦੀਆਂ ਦੋ ਵੈਲਿਊਜ਼ ਆ ਗਈਆਂ ਤੇ ਇੱਥੇ x ਦੀਆਂ ਦੋ ਵੈਲਿਊ ਆ ਗਈਆਂ। ਮੰਨ ਲਓ ਇੱਕ ਆ ਗਈ x ਦੀ ਵੈਲਿਊ 1, ਇੱਕ ਆ ਗਈ 2। ਫਿਰ ਜਦੋਂ ਮੈਂ 1 ਭਰੂੰਗਾ y ਦੀ ਵੀ ਕੁਛ ਵੈਲਿਊ ਆ ਜਾਊਗੀ, ਫਿਰ 2 ਭਰੂੰਗਾ ਤਾਂ y ਦੀ ਕੁਛ ਵੈਲਿਊ ਆ ਜਾਊਗੀ। ਸੋ ਆਪਣੇ ਕੋਲੇ ਕਿੰਨੇ ਪੁਆਇੰਟ ਆ ਜਾਣਗੇ? ਇੱਥੇ 2 ਭਰਿਆ ਤਾਂ y ਦੀ ਕੁਛ 2 ਪੁਆਇੰਟ ਆਫ ਇੰਟਰਸੈਕਸ਼ਨ। ਫਿਰ ਤਾਂ ਇਹ ਵਾਲਾ ਕੇਸ ਹੋ ਗਿਆ, ਫਿਰ ਉਹ ਟੇਂਜੈਂਟ ਹੋ ਹੀ ਨਹੀਂ ਸਕਦਾ। ਇਹਦਾ ਮਤਲਬ x ਦੀ ਸਿਰਫ ਇੱਕ ਸਿੰਗਲ ਵੈਲਿਊ ਆਉਣੀ ਚਾਹੀਦੀ ਹੈ। ਸੋ ਸਿੰਗਲ ਵੈਲਿਊ ਕਦੋਂ ਆਉਂਦੀ ਹੁੰਦੀ ਹੈ? ਜਦੋਂ ਡਿਸਕ੍ਰਿਮੀਨੈਂਟ ਕੀ ਹੋਵੇ? 0। ਠੀਕ ਹੈ। ਦ ਲਾਈਨ 2, ਇਹਨੂੰ 2 ਲਿਖਿਆ ਹੋਇਆ ਨੇ। ਲਾਈਨ 2, ਇਹਨੂੰ ਲਾਈਨ 2 will touch 1 if equation, ਕਿਹੜੀ ਇਕੁਏਸ਼ਨ ਹੈ? 3 ਲਿਖ ਲਓ। 3 has equal roots। ਰਾਜੇ ਇਹੀ ਕੰਡੀਸ਼ਨ ਹੈ। ਇੱਕ ਕੰਡੀਸ਼ਨ ਆਫ ਟੈਂਜੈਂਸੀ ਹਰੇਕ ਕਰਵ 'ਚ ਇਹੀ ਆ ਕਿ ਪੁਆਇੰਟ ਆਫ ਇੰਟਰਸੈਕਸ਼ਨ ਜਦੋਂ ਲੱਭਾਂਗੇ ਤਾਂ ਉਹ ਇੱਕ ਆਉਣਾ ਚਾਹੀਦਾ। ਇੱਕ ਕਦੋਂ ਆਉਂਦਾ ਹੁੰਦਾ? ਜਦੋਂ ਡਿਸਕ੍ਰਿਮੀਨੈਂਟ ਇਕੁਅਲ ਟੂ 0 ਹੋਵੇ। ਇਕੁਅਲ ਰੂਟ ਕਦੋਂ ਹੋਣਗੇ? ਜਦੋਂ ਡਿਸਕ੍ਰਿਮੀਨੈਂਟ 0 ਹੋਵੇ। ਜਾਣੀ ਕਿ ਇਹੀ ਹੈ ਬਸ ਕੰਡੀਸ਼ਨ ਆਫ ਟੈਂਜੈਂਸੀ, ਕਿ ਜਦੋਂ ਇੱਕ ਕਰਵ ਨੂੰ ਦੂਸਰੇ 'ਚ ਪੁੱਟ ਕਰੀਏ, ਸੋਲਵ ਕਰੀਏ x 'ਚ, ਤਾਂ ਡਿਸਕ੍ਰਿਮੀਨੈਂਟ 0 ਕਰ ਦੇਣਾ ਆਪਾਂ। ਬਸ ਇਹੀ ਹੈ ਕੰਡੀਸ਼ਨ। ਕੀ ਆਊਗੀ? b ਸਕੇਅਰ, ਯਾਨੀ ਕਿ ਇਹਦਾ ਸਕੇਅਰ 4mc ਮਾਈਨਸ 2a ਦਾ ਹੋਲ ਸਕੇਅਰ ਮਾਈਨਸ 4c ਸਕੇਅਰ m ਸਕੇਅਰ। ਕੀ ਆਊਗਾ?
एम सी माइनस 2a द स्केयर माइनस एम स्केयर सी स्केयर इज इक्वल टू 0। ਇਹਨੂੰ ਸੋਲਵ ਕਰ ਲਓ ਰਾਜੇ। ਇਹਨੂੰ ਸੋਲਵ ਕੀਤਾ ਤੁਹਾਡੀ ਬੁੱਕ 'ਚ ਸੋਲਵ ਕੀਤਾ ਹੋਇਆ, ਇਹਨੂੰ ਮੈਂ ਸੋ ਸ਼ਾਰਟ 'ਚ ਕਰਨ ਲੱਗਾ। ਐਮ ਸਕੇਅਰ ਸੀ ਸਕੇਅਰ 4a ਸਕੇਅਰ 4a ਐਮ ਸੀ ਮਾਈਨਸ ਐਮ ਸਕੇਅਰ ਸੀ ਸਕੇਅਰ ਇਜ਼ ਇਕੁਅਲ ਟੂ 0। ਹੁਣ ਇਹਦੇ ਨਾਲ ਇਹ ਕੈਂਸਲ ਹੋ ਗਿਆ, ਠੀਕ ਆ। a ਨਾਲ ਐਮ ਸੀ 4a ਬਾਹਰ ਕੱਢਤਾ, a ਐਮ ਸੀ ਇਜ਼ ਇਕੁਅਲ ਟੂ ਕੀ ਹੋ ਗਿਆ 0। 4a ਬਾਹਰ ਕੱਢ ਸਕਦੇ ਨਾ। ਸੀ ਦੀ ਵੈਲਿਊ ਕੀ ਆ ਗਈ ਇੱਥੇ a/m। ਲਓ ਆ ਵਾ ਕੰਡੀਸ਼ਨ ਆਫ ਟੈਂਜੈਂਸੀ। ਰਾਜੇ ਕੰਡੀਸ਼ਨ ਦਾ ਮਤਲਬ ਪਤਾ ਕੀ ਹੁੰਦਾ? ਰਿਲੇਸ਼ਨ ਬਿਟਵੀਨ ਕੋਐਫੀਸ਼ੀਐਂਟਸ ਵਿਚਲੇ ਜਿਹੜੇ ਰਿਲੇਸ਼ਨ ਹੁੰਦੇ ਆ ਉਹਨਾਂ ਨੂੰ ਆਪਾਂ ਕਹਿ ਦਿੰਦੇ ਆ। ਜਿਵੇਂ ਮੰਨ ਲਓ ax ਸਕੇਅਰ bx ਪਲੱਸ c ਇਜ਼ ਇਕੁਅਲ ਟੂ 0 ਆ। ਜੇ ਕੋਈ ਕਵੇ ਇਹ ਪੋਲੀਨੋਮੀਅਲ ਆ ਭਾਈ, ਮੈਨੂੰ ਕੰਡੀਸ਼ਨ ਦੱਸੋ ਕਿ ਇਹਦੇ ਰੂਟ ਕਿਹੜੇ ਹੋਣ। ਇਹਦਾ 1 ਰੂਟ ਹੋਵੇ, x ਇਕੁਅਲ ਟੂ 1 ਇਹਦਾ ਰੂਟ ਹੋਵੇ। ਕੰਡੀਸ਼ਨ ਦੱਸੋ। ਹੁਣ ਮੇਰੀ ਗੱਲ ਸੁਣੋ, ਕੰਡੀਸ਼ਨ ਇਸ ਕੇਸ 'ਚ ਕੀ ਬਣਾਉਂਗੇ? ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰਿਲੇਸ਼ਨ ਬਿਟਵੀਨ ਕੋਐਫੀਸ਼ੀਐਂਟ ਆ। ਕੰਡੀਸ਼ਨ ਕੁਛ ਵੀ ਹੋ ਸਕਦੀ ਹੈ। ਤੇ x ਇਕੁਅਲ ਟੂ 1 ਇਹਦੇ 'ਚ ਪੁੱਟ ਕਰੋ, a ਪਲੱਸ b ਪਲੱਸ c ਇਜ਼ ਇਕੁਅਲ ਟੂ 0। ਦੇਖੋ ਇਹ ਕੋਐਫੀਸ਼ੀਐਂਟ ਵਿੱਚ ਰਿਲੇਸ਼ਨ ਬਣ ਗਿਆ ਨਾ। ਸੋ ਇਹ ਕੰਡੀਸ਼ਨ ਹੋਊਗੀ ਤਾਂ ਇਹਦਾ ਰੂਟ ਆ ਜਿਹੜਾ x ਇਕੁਅਲ ਟੂ 1 ਇਹਦਾ ਰੂਟ ਹੋਊਗਾ, 100% ਰੂਟ ਹੋਊਗਾ, ਠੀਕ ਹੈ। ਹੁਣ ਜੇ ਮੰਨ ਲਓ a ਦੀ ਜਗ੍ਹਾ 'ਤੇ ਇੱਥੇ 1 ਰੱਖਾਂ, b ਦੀ ਜਗ੍ਹਾ 'ਤੇ -1 ਰੱਖਾਂ, ਨਹੀਂ b ਦੀ ਜਗ੍ਹਾ 'ਤੇ 0 ਰੱਖਾਂ, c ਦੀ ਜਗ੍ਹਾ 'ਤੇ -1 ਰੱਖਾਂ ਇਜ਼ ਇਕੁਅਲ ਟੂ 0। ਦੇਖੋ 1 0 -1 1 0 -1 ਇਕੁਅਲ ਟੂ 0 ਹੋ ਗਿਆ। ਹੁਣ ਇਹ ਜਿਹੜੀ ਪੋਲੀਨੋਮੀਅਲ ਹੈ ਇਹਦਾ ਇੱਕ ਰੂਟ ਹੋਊਗਾ ਹੀ 100%। ਕੀ ਬਣ ਗਈ ਇਹ x ਸਕੇਅਰ ਇਜ਼ ਇਕੁਅਲ ਟੂ 1 x ਇਜ਼ ਇਕੁਅਲ ਟੂ ਪਲੱਸ ਮਾਈਨਸ 1 1 ਰੂਟ ਆ ਗਿਆ ਨਾ। ਕੰਡੀਸ਼ਨ ਹੈ ਜਿਹੜੀ ਕੋਐਫੀਸ਼ੀਐਂਟ ਵਿੱਚ ਰਿਲੇਸ਼ਨ ਹੁੰਦੀ ਹੈ। ਜੇ ਕੋਈ ਕਵੇ ਵੀ ਐਸੀ ਕੰਡੀਸ਼ਨ ਇਸ ਪੋਲੀਨੋਮੀਅਲ ਦੀ ਬਣਾਓ ਕਿ x ਇਕੁਅਲ ਟੂ 0 ਇਹਦਾ ਰੂਟ ਹੋਵੇ ਤਾਂ 0 ਇਹਦੇ 'ਚ ਪੁੱਟ ਕਰੋ, ਕੀ ਆਊਗਾ c ਇਕੁਅਲ ਟੂ 0। ਸੋ c ਸ਼ੁੱਡ ਬੀ 0। ਇਹਦਾ ਮਤਲਬ ਇਹ ਕੰਡੀਸ਼ਨ ਹੋ ਗਈ, ਕੋਐਫੀਸ਼ੀਐਂਟਸ ਵਿਚਲਾ ਰਿਲੇਸ਼ਨ ਹੋ ਗਿਆ। ਸੋ ਇੱਥੇ ਕੀ ਆ ਆਪਣੇ ਕੋਲੇ ਕੋਐਫੀਸ਼ੀਐਂਟ ਕਿਹੜੇ ਸੀਗੇ? m ਇੱਕ ਕੋਐਫੀਸ਼ੀਐਂਟ ਸੀ, c ਦੂਸਰਾ ਸੀ, ਹੋਰ ਕੋਐਫੀਸ਼ੀਐਂਟ ਇੱਧਰ a ਆ ਪਿਆ, ਬਾਕੀ ਸਾਰੇ ਵੇਰੀਏਬਲ ਆ ਇਹਨਾਂ ਤੋਂ ਬਿਨਾਂ। ਸੋ ਇਹਨਾਂ ਵਿੱਚ ਹੀ ਕੰਡੀਸ਼ਨ ਬਣਨੀ ਸੀ। ਸੋ ਇਹ ਬਣ ਗਈ c ਇਜ਼ ਇਕੁਅਲ ਟੂ a/m, ਠੀਕ ਹੈ। ਕਈ ਵਾਰੀ ਕੀ ਕਹਿ ਦਿੰਦੇ ਆ, ਹੁਣ ਆਪਣੇ ਕੋਲੇ ਟੇਂਜੈਂਟ ਲਾਈਨ ਕਿਹੜੀ ਸੀ? y ਇਜ਼ ਇਕੁਅਲ ਟੂ mx ਪਲੱਸ c। ਤਾਂ ਇਹ ਕਈ ਵਾਰੀ ਕੀ ਕਹਿ ਦਿੰਦੇ ਆ ਕਿ c ਦੀ ਵੈਲਿਊ ਭਰ ਦਿਓ ਇੱਥੇ a/m। ਹੁਣ c ਦੀ ਜਗ੍ਹਾ 'ਤੇ a/m ਰੱਖਤਾ ਨਾ, ਇਹਦਾ ਮਤਲਬ ਇਹ ਕੀ ਬਣ ਜੂਗਾ? ਇਹ ਟੇਂਜੈਂਟ ਹੋਊਗਾ ਹੀ 100%, ਕਿਉਂਕਿ c ਦੀ ਜਗ੍ਹਾ a/m ਰੱਖਤਾ ਆਪਾਂ, ਕੌਂਸਟੈਂਟ ਟਰਮ ਆ ਜਿਹੜੀ a/m ਰੱਖਤੀ। ਇਹਦਾ ਮਤਲਬ ਇਹ ਟੇਂਜੈਂਟ ਹੈ ਪੈਰਾਬੋਲਾ। ਸੋ ਟੇਂਜੈਂਟ ਐਨੀ ਟੇਂਜੈਂਟ ਵਿਦ ਸਲੋਪ m। ਦੇਖੋ ਇਹਦੀ ਸਲੋਪ ਕਿੰਨੀ ਸੀ? ਇਹ ਲਾਈਨ ਦੀ ਸਲੋਪ ਡੈਰੀਵੇਟਿਵ ਕਰਕੇ ਦੇਖੋ, m ਸਲੋਪ ਆ। ਵਿਦ ਸਲੋਪ m ਟੂ ਪੈਰਾਬੋਲਾ, ਟੇਂਜੈਂਟ ਟੂ ਦ ਪੈਰਾਬੋਲਾ ਇਜ਼ ਕੀ ਹੋਊਗਾ? y ਇਜ਼ ਇਕੁਅਲ ਟੂ mx ਪਲੱਸ a/m। ਆ ਹੁੰਦਾ ਵਾ ਟੇਂਜੈਂਟ ਪੈਰਾਬੋਲਾ ਦਾ, ਠੀਕ ਹੈ ਜੀ। ਹੁਣ m ਸਲੋਪ ਵਾਲਾ, ਜੇ ਸਲੋਪ ਬਦਲੋਗੇ ਤਾਂ ਓਬਵੀਅਸਲੀ ਟੇਂਜੈਂਟ ਵੀ ਬਦਲ ਜਾਊਗਾ। ਹੋਪਸ ਹੋ ਕੇ ਤੁਹਾਨੂੰ ਸਮਝ ਲੱਗ ਗਈ ਹੋਊਗੀ, ਹੈ ਨਾ। ਅੱਛਾ, ਪੁਆਇੰਟ ਆਫ ਕੰਟੈਕਟ ਲੱਭਣੇ ਹੋਣ ਜੇ ਰਾਜੇ, ਆਪਾਂ ਪੁਆਇੰਟ ਆਫ ਇੰਟਰਸੈਕਸ਼ਨ ਲੱਭੇ ਨਹੀਂ ਪਰ ਲੱਭ ਸਕਦੇ ਹਾਂ। ਕਿਵੇਂ? ਪਹਿਲਾਂ ਤਾਂ ਇਹ ਟੇਂਜੈਂਟ ਆ ਗਿਆ। ਹੁਣ ਆਪਾਂ ਦੇਖਣਾ ਵੀ ਇਹ ਟੇਂਜੈਂਟ ਕਿੱਥੇ ਕਿੱਥੇ ਟੱਚ ਕਰਦਾ, ਉਹ ਪੁਆਇੰਟ ਜਿੱਥੇ ਇਹ ਕੰਟੈਕਟ ਕਰਦਾ ਪੈਰਾਬੋਲਾ ਨੂੰ। ਪੈਰਾਬੋਲਾ ਕੀ ਸੀਗਾ? y ਇਜ਼ ਇਕੁਅਲ ਟੂ 4ax, y ਸਕੇਅਰ ਇਜ਼ ਇਕੁਅਲ ਟੂ 4x। ਇਹਨੂੰ ਇਹਦੇ 'ਚ ਪੁੱਟ ਕਰ ਦਿਓ, ਠੀਕ ਹੈ। mx ਪਲੱਸ a/m ਦਾ ਸਕੇਅਰ 4ax, x ਦੀ ਵੈਲਿਊ ਲੱਭਣੀ ਆ, ਫਿਰ ਪੁੱਟ ਕਰ ਦਾਂਗੇ y 'ਚ। ਇਹਨੂੰ ਸਿੰਪਲੀਫਾਈ ਕਰਨ ਦੇ ਬਾਅਦ, ਠੀਕ ਹੈ, ਇਹ ਚੀਜ਼ ਜਿਹੜੀ ਬਣਦੀ ਆ ਇਹਨੂੰ ਸਿੰਪਲੀਫਾਈ ਕਰੋ, m ਸਕੇਅਰ x ਸਕੇਅਰ ਮਾਈਨਸ 2ax ਪਲੱਸ a ਸਕੇਅਰ m ਸਕੇਅਰ। ਰਾਜੇ ਪਤਾ ਕੀ ਹੈ, ਇੱਧਰ 4a ਇਹ ਬੁੱਕ ਤੋਂ ਦੇਖ ਕੇ ਲਿਖਤਾ ਮੈਂ, ਇਹ ਇੱਧਰ 2 ਪਲੱਸ 2ax ਬਣਨਾ ਸੀ, ਇੱਧਰ ਮਾਈਨਸ ਪਲੱਸ 4ax ਪਿਆ, ਸੋ ਮਾਈਨਸ 'ਚ ਰਹਿ ਗਿਆ ਆਪਣੇ ਕੋਲ, ਠੀਕ ਹੈ। ਇਹਨੂੰ ਜਦੋਂ ਸੋਲਵ ਕਰੋਗੇ ਇਹ ਕੀ ਬਣੂਗਾ? ਮਾਈਨਸ mx ਓਵਰ a/m ਨੂੰ ਖੋਲ੍ਹ ਕੇ ਦੇਖ ਲਓ, ਇਹ ਸੇਮ ਚੀਜ਼ ਬਣੂਗੀ। ਹੁਣ ਇਹਦੇ 'ਚੋਂ ਇਹਨੂੰ ਖੋਲ੍ਹ ਕੇ ਦੇਖੋ, ਇਹ ਸੇਮ ਚੀਜ਼ ਬਣ ਜੂਗੀ। mx ਓਵਰ a/m ਇਜ਼ ਇਕੁਅਲ ਟੂ 0। x ਦੀ ਵੈਲਿਊ ਜੇ ਕੱਢੋਗੇ ਇੱਥੋਂ ਆ ਜੂਗੀ a/m ਸਕੇਅਰ। ਇਹਨੂੰ ਇੱਥੇ ਪੁੱਟ ਕਰ ਦਿਓ, ਇਹ ਆ ਜਾਊ ਆਪਣੇ ਕੋਲੇ y ਆ ਜਾਊਗਾ
m नहीं 4a a/m² ਇੱਥੇ ਪੁੱਟ ਕੀਤਾ y² 'ਚ, ਤਾਂ y ਕੀ ਆਊਗਾ ਇੱਕ ਮਿੰਟ ਆਪਾਂ ਨੂੰ ਦੇਖਣਾ ਪਊਗਾ ਬਈ ਇਹ 'ਚ y ਹੈ ਜਿਹੜਾ ਅਲਟੀਮੇਟਲੀ ਆਪਣੇ ਕੋਲ ਕੀ ਆ ਗਿਆ y²। ਇਹਨੂੰ ਮੈਂ ਐਂ ਲਿਖ ਸਕਦਾ 2a/m ਦਾ ਹੋਲ ਸਕੇਅਰ, ਇਹ ਸੇਮ ਹੀ ਬਣ ਗਈ। ਸੋ y ਇਹ ਤਾਂ ਕਹਿੰਦੇ ਆ ਵੀ ਇਹ ਬਣਦਾ, ਪਰ ਆਪਾਂ ਫਿਰ ਮਾਈਨਸ ਨੂੰ ਕਿਵੇਂ ਨੈਗਲੈਕਟ ਕਰ ਰਹੇ ਹਾਂ? y ਨੈਗੇਟਿਵ ਕਿਉਂ ਨਹੀਂ ਹੋ ਸਕਦਾ? 2 ਪੁਆਇੰਟਾਂ ਤੇ ਟੱਚ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ 2 ਪੁਆਇੰਟਾਂ ਤੇ ਟੱਚ ਕਰੂਗਾ ਫਿਰ ਤਾਂ ਇਹ ਪੁਆਇੰਟ ਆਫ ਕੰਟੈਕਟ ਹੀ ਨਹੀਂ ਹੈ, ਜਾਂ ਕਿਤੇ ਆਪਾਂ ਕੋਈ ਗਲਤੀ ਕਰ ਰਹੇ ਹਾਂ। ਹਾਂ ਗਲਤੀ ਕਰ ਰਹੇ ਹਾਂ। ਪਤਾ ਕੀ ਆ ਗਲਤੀ ਕਿੱਥੇ ਕੀਤੀ ਆ? ਇੱਥੋਂ ਓਬਵੀਅਸਲੀ y ਦੀਆਂ 2 ਵੈਲਿਊ ਆਉਣੀਆਂ ਸੀ ਜਿੱਥੇ ਮੈਂ a/m ਨੂੰ ਪੁੱਟ, ਪਰ ਆਪਾਂ ਇਹਦੇ 'ਚ ਨਹੀਂ ਪੁੱਟ ਕਰਨਾ, ਆਪਾਂ ਲਾਈਨ 'ਚ ਪੁੱਟ ਕਰਨਾ। ਰਾਜੇ ਇੱਕ ਵੈਲਿਊ ਰਿਜੈਕਟ ਹੋਣੀ ਸੀ, ਹੁਣ ਇੱਥੇ 2 ਵੈਲਿਊ ਆ ਜਾਣੀਆਂ ਸੀ ਨਾ, ਇੱਕ ਪੋਜ਼ਿਟਿਵ ਵਾਲੀ ਇੱਕ ਨੈਗੇਟਿਵ ਵਾਲੀ। ਇੱਕ ਫਾਲਤੂ ਆ ਉਹਦੇ 'ਚ। ਕਿਉਂ ਫਾਲਤੂ ਆ? ਕਿਉਂਕਿ ਜਦੋਂ ਮੈਂ ਉਹਨੂੰ ਇਹਦੇ 'ਚ ਪੁੱਟ ਕਰਨਾ ਸੀ ਨਾ, ਉਹਨੇ ਸੈਟਿਸਫਾਈ ਨਹੀਂ ਸੀ ਕਰਨਾ। ਦੇਖੋ ਜੇ ਆਪਣੇ ਕੋਲ ਇੱਥੇ y ਦੀਆਂ 2 ਵੈਲਿਊ ਆਉਣੀਆਂ ਸੀ ਨਾ, ਆਪਣੇ ਕੋਲੇ ਚਲੋ ਮੈਂ ਦੁਬਾਰਾ ਕਰਕੇ ਦਿਖਾਈ ਦਿੰਦਾ ਤੁਹਾਨੂੰ, y² 2a/m ਦਾ ਹੋਲ ਸਕੇਅਰ ਆ ਗਿਆ। ਇੱਕ ਤੁਸੀਂ 2a/m ਰੱਖ ਲਈ, ਇੱਕ -2a/m ਰੱਖ ਲਈ। ਹੁਣ ਤੁਸੀਂ ਕਹਿੰਦੇ ਹੋ x ਦੀ ਇੱਕ ਵੈਲਿਊ ਲਈ y ਦੀਆਂ 2 ਆ, ਪਰ ਜਦੋਂ ਇਹਨੂੰ, ਕਿਉਂਕਿ x ਤੇ y ਜਿਹੜੇ ਵੀ ਪੁਆਇੰਟ ਆ ਉਹ ਇਹਦੇ ਵੀ ਆ ਤੇ ਇਹਦੇ ਵੀ ਆ, ਤਾਂ ਹੀ ਪੁਆਇੰਟ ਆਫ ਇੰਟਰਸੈਕਸ਼ਨ ਆ ਨਾ। ਪੁਆਇੰਟ ਆਫ ਇੰਟਰਸੈਕਸ਼ਨ ਕੀ ਹੁੰਦਾ? ਕਾਮਨ ਪੁਆਇੰਟ ਜਿਹੜਾ ਦੋਵਾਂ ਕਰਵ ਨੂੰ ਸੈਟੀਸਫਾਈ ਕਰਦਾ। ਸੋ ਇਹਨੂੰ ਜਦੋਂ ਇਹਦੇ 'ਚ ਪੁੱਟ ਕਰੋਗੇ ਕੀ ਆਊਗਾ? y(m -2a/m + a/m) ਕੀ ਬਣ ਗਿਆ ਹੈ? ਹੁਣ y ਹੈ ਜਿਹੜਾ ਇਹ ਹੈ ਨਾ -2a/m, ਇਹਨੂੰ ਇਹਦੇ ਨਾਲ ਕੱਟਤਾ a/m -2a, ਪਰ ਰਾਜੇ y ਦੀ ਵੈਲਿਊ x ਦੀ ਵੈਲਿਊ a/m ਭਰਨੀ ਸੀ ਇਹਦੇ 'ਚ, ਸੌਰੀ y ਦੀ ਵੈਲਿਊ ਇੱਥੇ ਭਰਨੀ ਸੀ, ਮੈਂ x ਦੀ ਜਗ੍ਹਾ 'ਤੇ ਭਰਤੀ। y ਕੀ ਹੈ? -2a/m mx + a/m, ਇਹਨੂੰ ਇਹਦੇ 'ਚ ਕੱਟਿਆ, ਇਹ ਕੀ ਆਇਆ? 3a/m ਹੈ ਨਾ, mx, m ਨੂੰ ਨੀਚੇ ਲੈ ਜਾਓ, ਕੀ ਆਊਗਾ? -3a/m²। x ਪਰ x ਤਾਂ ਇਹ ਨਹੀਂ ਗੀ, ਸਮਝ ਲੱਗੀ? ਸੋ y ਦੀ ਵੈਲਿਊ ਜਦੋਂ ਇੱਥੇ -2a/m ਰੱਖੀ, ਉਹ ਰਿਜੈਕਟ ਹੋ ਜਾਣੀ ਹੈ, ਕੱਲੀ ਇੱਕ ਹੀ ਬਚਦੀ ਹੈ ਇਹ ਵਾਲੀ। ਸੋ ਬੈਟਰ ਆ ਕਿ ਸਕੇਅਰ ਵਾਲੀ ਜਗ੍ਹਾ ਜਿਹੜੀ ਉੱਥੋਂ ਨਾ ਕੱਢੋ y, ਇਹਦੇ ਤੋਂ ਹੀ ਕੱਢ ਲਓ ਨਾ, ਫਿਰ ਜਦੋਂ ਪੰਗਾ ਹੀ ਇਹਨੇ ਪਾਉਣਾ। ਦੇਖੋ ਮੈਂ ਦੁਬਾਰਾ ਕਰਨ ਲੱਗਾ ਸਾਰਾ, x ਦੀ ਵੈਲਿਊ ਇੱਥੋਂ ਤੱਕ ਕਲੀਅਰ ਹੋ ਗਈ ਨਾ, ਇਹਨੂੰ ਸੋਲਵ ਕੀਤਾ ਸੀ, x ਦੀ ਵੈਲਿਊ ਇਹ ਆ ਗਈ ਸੀ, ਇਹ ਵੈਲਿਊ ਨੂੰ ਚੱਕ ਕੇ ਇਹਦੇ 'ਚ ਭਰ ਦਿਓ। ਕੀ ਆਇਆ ਆਪਣੇ ਕੋਲੇ? y = m, x ਦੀ ਵੈਲਿਊ a/m² ਇਹਦੇ 'ਚ ਪੁੱਟ ਕਰਤਾ, ਇੱਥੇ ਆ ਗਿਆ a/m, ਇਹਨੂੰ ਇਹਦੇ ਨਾਲ ਕੱਟਤਾ, ਕੀ ਬਚਿਆ? 2a/m। ਸੋ ਆਪਣੇ ਕੋਲੇ x ਦੀ ਵੈਲਿਊ ਆ ਗਈ a/m², y ਕੀ ਆ ਗਿਆ? 2a/m। ਇਹ ਆਪਣੇ ਕੋਲੇ ਪੁਆਇੰਟ ਆਫ ਕੰਟੈਕਟ ਕਹਿ ਲਓ, ਪੁਆਇੰਟ ਆਫ ਇੰਟਰਸੈਕਸ਼ਨ ਕਹਿ ਲਓ, ਇੱਕੋ ਹੀ ਗੱਲ ਆ, ਠੀਕ ਆ। ਲੀਨੀਅਰ ਜਿਹੜੀ ਇਕੁਏਸ਼ਨ ਹੁੰਦੀ ਹੈ ਨਾ, ਜਿਵੇਂ ਇਹ ਲਾਈਨ ਆ, ਤੇ ਇਹ ਲੀਨੀਅਰ ਨਹੀਂ ਗੀ, ਕਿਉਂਕਿ ਇਹਦੇ 'ਚ y² ਆਇਆ ਹੋਇਆ। ਲੀਨੀਅਰ ਮਤਲਬ ਜਿਹਦੇ 'ਚ ਪਾਵਰ 1 ਤੋਂ ਵੱਡੀ ਨਾ ਹੋਵੇ ਕਿਸੇ ਵੇਰੀਏਬਲ ਦੀ, ਉਹਨੂੰ ਲੀਨੀਅਰ ਕਹਿੰਦੇ ਆ ਆਪਾਂ। ਜਿਵੇਂ ਇੱਕ ਲਾਈਨਾਂ ਹੁੰਦੀਆਂ, ਜਿਵੇਂ ਪਲੇਨ ਹੁੰਦੇ, ਇਹਨਾਂ ਦੀਆਂ ਇਕੁਏਸ਼ਨਾਂ 'ਚ x y z ਆ ਜਾਂਦੇ ਆ, ਪਰ ਪਾਵਰ ਨਹੀਂ ਆਉਂਦੀ, x² y² ਨਹੀਂ ਆਉਂਦੀ। ਲੀਨੀਅਰ 'ਚ ਪੁੱਟ ਕਰਕੇ ਵੈਲਿਊ ਕੱਢਿਆ ਕਰੋ, ਫਿਰ ਕਨਫਿਊਜ਼ਨ ਨਹੀਂ ਹੁੰਦੀ। ਅੱਗੇ ਦੇਖੋ ਆਰਟੀਕਲ 13। ਵੈਸੇ ਪਹਿਲਾਂ ਮੈਂ ਸੋਚਿਆ ਸੀ ਵੀ ਨਹੀਂ ਕਰਾਉਣਾ, ਪਰ ਮੈਂ ਹੁਣ ਸੋਚਦਾ ਵੀ ਕਰਵਾ ਹੀ ਦਿੰਦਾ। ਇਹ ਲਾਈਨ ਦਿੱਤੀ ਹੋਈ ਹੈ, ਫਾਈਂਡ ਦਾ ਕੰਡੀਸ਼ਨ that the line LXMY + N = 0 may touch the parabola y² = 4ax and find the point of contact। ਯਾਨੀ ਕਿ ਉਹੀ ਹੈ, ਥੋੜੀ ਲਾਈਨ ਦੀ ਇਕੁਏਸ਼ਨ ਬਦਲਦੀ, ਰਾਜੇ। ਪਿਛਲੀ ਵਾਰ ਲਾਈਨ ਕਿਹੜੀ ਸੀ? y = mx + c, ਹੁਣ ਲਾਈਨ ਇਹ ਆ ਗਈ LXMY + N। ਹੁਣ ਜੇ ਇਹਦੇ 'ਚ ਤੁਸੀਂ y ਨੂੰ ਡਿਵਾਈਡ ਕਰ ਦਿਓ y ਦੇ ਨਾਲ, ਮਤਲਬ y ਨੂੰ ਇਕੱਲਾ ਕਰ ਲਓ, ਕੀ ਆਊਗੀ?
1y L/mx ਹੈ ਨਾ n/m = 0 ਹੈ ਨਾ। ਅਤੇ y ਹੈ ਜਿਹੜੀ ਇਹਨੂੰ ਦੂਜੇ ਪਾਸੇ ਲੈ ਜਾਓ -L/mx -n/m ਪਲੱਸ ਪਾ ਕੇ ਇੱਥੇ ਮਾਈਨਸ ਬਰੈਕਟ 'ਚ ਲਿਖ ਦਿਓ। ਇਹ ਜਿਹੜੀ ਇਕੁਏਸ਼ਨ ਆ ਹੁਣ m ਦੀ ਜਗ੍ਹਾ 'ਤੇ ਕੀ ਨੰਬਰ ਬਣ ਗਿਆ, ਇਹ ਬਣ ਗਿਆ, c ਦੀ ਜਗ੍ਹਾ 'ਤੇ ਨੰਬਰ ਬਣ ਗਿਆ, ਇਹ ਬਣ ਗਿਆ। ਇਹਨੂੰ ਮੈਂ ਡਾਇਰੈਕਟ ਵੀ ਪ੍ਰੂਵ ਕਰ ਸਕਦਾ ਪਿਛਲੇ ਆਰਟੀਕਲ 'ਚ, c ਦੀ ਜਗ੍ਹਾ 'ਤੇ ਇਹ ਚੇਂਜ ਕਰਕੇ m ਦੀ ਜਗ੍ਹਾ 'ਤੇ -L/m ਚੇਂਜ ਕਰਕੇ ਕਰ ਸਕਦਾ, ਪਰ ਮੈਂ ਨਹੀਂ ਕਰਨਾ ਕਿਉਂਕਿ ਇਹਦਾ ਡਾਇਰੈਕਟ ਪ੍ਰੂਫ ਵੀ ਹੈਗਾ ਅਤੇ ਬਹੁਤ ਵਧੀਆ ਪ੍ਰੂਫ ਆ। ਪੈਰਾਬੋਲਾ ਲੈਟ ਗਿਵਨ ਇਕੁਏਸ਼ਨ, ਗਿਵਨ ਨਹੀਂ ਹੈ ਮੰਨੀ ਹੈ, ਚਲੋ ਲਿਖਤਾ ਤਾਂ ਕੋਈ ਗੱਲ ਨਹੀਂ। ਗਿਵਨ ਇਕੁਏਸ਼ਨ ਆਫ ਪੈਰਾਬੋਲਾ is y² = 4x. The equation of line is lx my plus n = 0। ਇਹ ਲਾਈਨ ਦੀ ਇਕੁਏਸ਼ਨ ਦੇ ਦਿੱਤੀ। ਹੁਣ ਆਪਾਂ ਸ਼ੋ ਕਰਨਾ, ਕੰਡੀਸ਼ਨ ਲੱਭਣੀ ਆ ਕਿ ਇਹ ਲਾਈਨ ਇਹਨੂੰ ਟੱਚ ਕਰੇ। ਕੰਡੀਸ਼ਨ ਕੀ ਹੁੰਦੀ ਆ, L M N ਅਤੇ A ਇਹ ਕੋਫੀਸ਼ੀਐਂਟਸ ਆ ਨਾ, ਇਹਨਾਂ ਵਿੱਚ ਕੋਈ ਰਿਲੇਸ਼ਨ ਬਣ ਜੇ। ਸੋ ਰਿਲੇਸ਼ਨ ਫਾਈਂਡ ਕਰਨਾ ਕੋਫੀਸ਼ੀਐਂਟ ਵਿੱਚ L M N ਅਤੇ A ਦੇ ਵਿੱਚ ਕੋਈ ਰਿਲੇਸ਼ਨ, ਮਤਲਬ ਕੁਛ ਵੀ ਹੋ ਸਕਦਾ L² M², ਹਾਂ ਹੋ ਸਕਦਾ ਵਿੱਚ A ਹੋਵੇ ਹੀ ਨਾ ਉਸ ਕੰਡੀਸ਼ਨ 'ਚ। ਇਹ ਵੀ ਹੋ ਸਕਦਾ ਵੀ L = 0 ਆ ਜਾਏ, ਨਾ ਵਿੱਚ M ਦਿਸੇ ਨਾ ਵਿੱਚ N ਦਿਸੇ ਨਾ। ਮਤਲਬ ਕੀ ਆ, ਰਿਲੇਸ਼ਨ ਆ ਜਿਹੜਾ ਇਹਨਾਂ 'ਚੋਂ ਕਿਸੇ ਕੌਂਸਟੈਂਟ ਵਿੱਚ ਹੋਣਾ ਚਾਹੀਦਾ। ਸੋ ਮੰਨ ਲਓ ਇਹ ਟੇਂਜੈਂਟ ਆ ਕਿਸੇ ਇੱਕ ਪਾਰਟੀਕੂਲਰ ਪੁਆਇੰਟ 'ਤੇ। ਲੈਟ ਇਹਨੂੰ ਲਾਈਨ ਲਿਖ ਦਈਏ, ਲਾਈਨ ਇਹਨੂੰ 1 ਲਿਖ ਦਿੰਦੇ ਆ, ਇਹਨੂੰ 2 ਲਿਖ ਦਿੰਦੇ ਆ, ਬਾਰ ਐਵੇਂ ਲਿਖੀ ਜਾਣ ਨਾਲ। ਲੈਟ ਲਾਈਨ, ਇਹ ਤੁਸੀਂ ਵੀ ਲਿਖ ਸਕਦੇ ਹੋ ਵਿੱਚ, ਠੀਕ ਹੈ ਪੇਪਰ 'ਚ। ਲੈਟ ਲਾਈਨ 2 ਟੱਚ ਦ ਪੈਰਾਬੋਲਾ 1 at x1 y1, ਟੱਚ ਕਰਦਾ ਰਾਜੇ ਇਸ ਪੁਆਇੰਟ 'ਤੇ ਲਾਈਨ 2 ਟੱਚ ਕਰੂਗੀ। ਇਹਦਾ ਮਤਲਬ ਲਾਈਨ 2 ਆ ਜਿਹੜੀ ਇਹ ਪੈਰਾਬੋਲਾ ਨੂੰ ਟੱਚ ਕਰਦੀ ਹੈ ਇਸ ਪੁਆਇੰਟ 'ਤੇ x1 y1, ਇਹ ਪਈ ਆ ਲਾਈਨ 2। ਰਾਜੇ ਲਾਈਨ 2 ਦੀ ਇਕੁਏਸ਼ਨ ਤਾਂ ਆਪਾਂ ਉਹ ਵੀ ਕੱਢ ਸਕਦੇ ਸੀ, ਬੇਸ਼ੱਕ ਇੱਥੇ ਦਿੱਤੀ ਪਈ ਆ, ਪਰ ਆਪਾਂ ਨੂੰ ਲੋੜ ਹੀ ਨਹੀਂ ਸੀ ਇਹਦੀ, ਆਪਾਂ ਇਹਦੀ ਇਕੁਏਸ਼ਨ ਕੱਢ ਸਕਦੇ ਸੀ। ਕਿਵੇਂ? ਇਸ ਪੁਆਇੰਟ 'ਤੇ ਟੇਂਜੈਂਟ ਦੀ ਇਕੁਏਸ਼ਨ ਕੀ ਹੁੰਦੀ ਆ, ਦ ਇਕੁਏਸ਼ਨ, ਮੇਰਾ ਕਹਿਣ ਦਾ ਮਤਲਬ ਇੱਕ ਤਾਂ ਇਕੁਏਸ਼ਨ ਇਹ ਦੇਤੀ ਨਾ ਇਹਨਾਂ ਨੇ Lx my plus n = 0, ਇਹਦੀ ਇਕੁਏਸ਼ਨ ਦੇ ਦਿੱਤੀ, ਪਰ ਇਹਦੀ ਤਾਂ ਮੈਂ ਇੱਦਾਂ ਕੱਢ ਸਕਦਾ ਸੀ, ਇੱਥੇ ਲਿਖੂੰਗਾ ਹੁਣ ਲੱਭ ਕੇ, ਦ ਇਕੁਏਸ਼ਨ ਆਫ ਟੇਂਜੈਂਟ ਟੂ ਦ ਪੈਰਾਬੋਲਾ ਟੂ ਦ 1 at x1 y1। ਕਿਵੇਂ, ਕੀ ਹੁੰਦੀ ਹੈ ਇਕੁਏਸ਼ਨ, ਕਈ ਵਾਰ ਕੱਢੀ ਆਪਾਂ y1 2a x + x1, ਇਹ ਤਾਂ ਇਹ ਹੁੰਦੀ ਹੈ। ਇਹਨੂੰ ਜੇ ਸਿੰਪਲੀਫਾਈ ਕਰੋ ਤਾਂ ਇਹ x ਵਾਲੇ ਨੂੰ ਅੱਗੇ ਲਿਖ ਲਓ, ਇਹ ਆ ਗਿਆ 2ax, ਫਿਰ y ਵਾਲੇ ਨੂੰ ਲਿਖੋ y1, ਫਿਰ ਕੌਂਸਟੈਂਟ ਟਰਮ ਨੂੰ ਲਿਖੋ 2ax1 ਕਿਉਂਕਿ x1 ਕੌਂਸਟੈਂਟ ਆ, y1 ਵੀ ਕੌਂਸਟੈਂਟ ਆ, xy ਵੇਰੀਏਬਲ ਆ ਪਏ, ਲਿਖ ਲਈ। ਅੱਛਾ ਇਹ ਇਕੁਏਸ਼ਨ ਆ 2 ਦੀ, ਤਾਂ ਬੁੱਕ ਵਾਲਾ ਕਹਿ ਰਿਹਾ ਵੀ ਇਹ ਕੰਡੀਸ਼ਨ ਆ, ਇਕੁਏਸ਼ਨ ਆ, ਆਪਾਂ ਕਹਿ ਰਹੇ ਹਾਂ ਇਹ ਇਕੁਏਸ਼ਨ ਆ, ਇਹਦਾ ਮਤਲਬ ਦੋਵੇਂ ਸੇਮ ਹੋਣਗੀਆਂ। ਇਹਨੂੰ ਲਿਖ ਲਓ 3। ਕਲੀਅਰਲੀ 2 and 3 ਆਰ ਸੇਮ, ਮਤਲਬ ਦੇਖਣ 'ਚ ਅੱਡ ਦੀਆਂ ਲੱਗਦੀਆਂ, ਇਹ ਸੇਮ ਹੀ ਆ ਇਹ, ਠੀਕ ਆ, ਕਿਉਂਕਿ ਇੱਕ ਹੀ ਲਾਈਨ ਨੂੰ ਰੀਪ੍ਰਜੈਂਟ ਕਰ ਰਹੀਆਂ ਦੋਵੇਂ। ਇਹਦਾ ਮਤਲਬ ਕੀ ਹੁੰਦਾ, ਜਦੋਂ ਵੀ ਦੋ ਇਕੁਏਸ਼ਨਾਂ ਸੇਮ ਹੁੰਦੀਆਂ ਰਾਜੇ, ਉਹਨਾਂ ਦੇ ਕੋਫੀਸ਼ੀਐਂਟ ਕੰਪੇਅਰ ਨਹੀਂ ਕਰੀਦੇ ਹੁੰਦੇ। ਤੁਹਾਨੂੰ ਪਤਾ ਨਹੀਂ ਕਿਹਨੇ ਸਿਖਾਇਆ ਹੋਇਆ ਵੀ ਦੋ ਇਕੁਏਸ਼ਨਾਂ ਸੇਮ ਆ, ਉਹਨਾਂ ਦੇ ਕੋਫੀਸ਼ੀਐਂਟ ਕੰਪੇਅਰ ਕਰ ਲਓ। ਉਹਨਾਂ ਦੇ ਕੋਫੀਸ਼ੀਐਂਟ ਕੰਪੇਅਰ ਨਹੀਂ ਕਰੀਦੇ ਹੁੰਦੇ, ਉਹਨਾਂ ਦੇ ਕੋਫੀਸ਼ੀਐਂਟ ਪ੍ਰਪੋਰਸ਼ਨਲ ਹੁੰਦੇ ਆ। ਜਿਵੇਂ ਉੱਪਰ x ਦਾ ਕੋਫੀਸ਼ੀਐਂਟ ਰੱਖ ਲਿਆ, ਨੀਚੇ ਵੀ ਆਹ ਦੇਖੋ x ਦਾ ਕੋਫੀਸ਼ੀਐਂਟ 2a ਆ, ਇੱਧਰ ਵੀ x ਦਾ ਕੋਫੀਸ਼ੀਐਂਟ ਕੀ ਹੈ l, ਨੀਚੇ ਵੀ ਉਹ ਰੱਖ ਲਈਦਾ ਹੁੰਦਾ। ਉੱਪਰ y ਦਾ ਕੋਫੀਸ਼ੀਐਂਟ ਕੀ ਹੈ -y1, ਨੀਚੇ y ਦਾ ਕੋਫੀਸ਼ੀਐਂਟ m। ਫਿਰ ਕੌਂਸਟੈਂਟ ਟਰਮ ਕੀ ਆ, ਧਿਆਨ ਨਾਲ ਦੇਖੋ, ਕੌਂਸਟੈਂਟ ਟਰਮ ਕੀ ਆ 2ax1, ਨੀਚੇ ਕੀ ਆ n। ਇਹ ਇਕੁਅਲ ਹੁੰਦੀ ਆ ਰੇਸ਼ੋ, ਇਹਨੂੰ ਕਹਿੰਦੇ ਆ ਪ੍ਰਪੋਰਸ਼ਨਲ, ਮਤਲਬ ਕੋਫੀਸ਼ੀਐਂਟ ਆ ਜਿਹੜੇ ਉਹ ਪ੍ਰਪੋਰਸ਼ਨਲ ਹੁੰਦੇ ਆ ਸੇਮ ਇਕੁਏਸ਼ਨਾਂ ਦੇ, ਠੀਕ ਆ। ਕਈ ਵਾਰੀ ਕੀ ਹੁੰਦਾ ਰਾਜੇ, ਲੀਡਿੰਗ ਕੋਫੀਸ਼ੀਐਂਟ 1 ਹੁੰਦਾ, ਜਿਵੇਂ ਮੰਨ ਲਓ ਮੈਂ ਤੁਹਾਨੂੰ ਦੱਸਦਾ
ਜਿਵੇਂ ਮੰਨ ਲਓ ਇੱਥੇ x ਦਾ ਕੋਐਫੀਸ਼ੀਐਂਟ 1 ਹੁੰਦਾ, ਜੇ ਮੰਨ ਲਓ ਬਾਕੀ ਸਾਰਾ ਸੇਮ ਹੁੰਦਾ, x ਦਾ ਕੋਐਫੀਸ਼ੀਐਂਟ 1 ਹੁੰਦਾ, ਤੇ ਇੱਧਰ ਵੀ x ਦਾ ਕੋਐਫੀਸ਼ੀਐਂਟ 1 ਹੁੰਦਾ। ਫਿਰ ਕੀ ਕਰਨਾ ਸੀਗਾ, ਫਿਰ ਦੇਖੋ, ਫਿਰ ਆਪਾਂ ਕੋਐਫੀਸ਼ੀਐਂਟ ਇਕੁਅਲ ਰੱਖ ਸਕਦੇ ਸੀ। ਕਿਉਂ? ਕਿਉਂਕਿ ਫਿਰ ਕੀ ਹੋਣਾ ਸੀ, x ਦਾ ਕੋਐਫੀਸ਼ੀਐਂਟ 1, ਇੱਧਰ x ਦਾ ਕੀ ਆ 1, ਇੱਧਰ ਕੀ ਆ m, ਉੱਧਰ ਕੀ ਆ y1, ਇੱਧਰ ਕੀ ਆ n, ਉੱਧਰ ਕੀ ਆ 2ax1। ਤੇ ਕੋਈ ਫਰਕ ਨਹੀਂ ਪੈਂਦਾ ਜੇ ਇਹ l m n ਨੂੰ ਉੱਤੇ ਕਰ ਲੈਂਦੇ ਤੇ 2a ਮਾਈਨਸ y1 2ax1 ਨੂੰ ਨੀਚੇ ਕਰ ਲੈਂਦੇ। ਪਰ ਜੇ ਜਾਂ ਤਾਂ ਇਹ ਸਾਰੇ ਉੱਤੇ ਰਹਿਣਗੇ ਜਾਂ ਇਹ ਸਾਰੇ ਥੱਲੇ ਰਹਿਣਗੇ, ਜਾਂ ਇਹ ਸਾਰੇ ਉੱਤੇ ਰਹਿਣਗੇ ਜਾਂ ਇਹ ਸਾਰੇ ਥੱਲੇ ਰਹਿਣਗੇ। ਇਹ ਨਹੀਂ ਵੀ ਇੱਥੇ 2a/l ਲਿਖ ਲਿਆ, ਅਗਲੇ ਸਟੈਪ 'ਚ ਇੱਥੇ m ਉੱਤੇ ਕਰ ਲਿਆ, y1 ਥੱਲੇ ਕਰ ਲਿਆ, ਅਗਲੇ ਸਟੈਪ 'ਚ n ਉੱਤੇ ਕਰ ਲਿਆ, 2ax1 ਥੱਲੇ ਕਰ ਲਿਆ। ਇਹੋ ਜਿਹਾ ਕੁਛ ਨਹੀਂ ਕਰਨਾ। ਜਿਹੜੀ ਲਾਈਨ ਕੋਐਫੀਸ਼ੀਐਂਟ ਉਹਦੇ ਕੋਰਸਪੋਂਡਿੰਗ ਸਾਰੇ ਉੱਤੇ ਤੇ ਦੂਸਰੀ ਦੇ ਥੱਲੇ, ਜਾਂ ਦੂਸਰੀ ਦੇ ਉੱਤੇ ਪਹਿਲੀ ਦੇ ਥੱਲੇ ਸਾਰੇ, ਠੀਕ ਆ। ਤੇ ਉਹਨੂੰ ਧਿਆਨ 'ਚ ਰੱਖ ਕੇ ਮੈਂ ਇੱਦਾਂ ਕੀਤਾ। ਹੁਣ ਇੱਥੇ ਦੇਖੋ ਕੀ ਹੋ ਰਿਹਾ, ਇਹਨਾਂ ਦੋਹਾਂ ਨੂੰ ਕੰਪੇਅਰ ਕਰੋ, ਕੀ ਆਊਗਾ m = -y1, ਹੈ ਨਾ। ਇਹਨੂੰ ਤੇ ਇਹਨੂੰ ਕੰਪੇਅਰ ਕਰੋ, ਕੀ ਆਊਗਾ n = 2ax1। ਹੁਣ ਦੇਖੋ ਕੋਐਫੀਸ਼ੀਐਂਟ ਇਕੁਅਲ ਹੋ ਗਏ ਨਾ, m -y1 ਦੇ ਬਰਾਬਰ ਹੋ ਗਿਆ, y ਦਾ ਕੋਐਫੀਸ਼ੀਐਂਟ y ਦੇ ਬਰਾਬਰ ਹੋ ਗਿਆ, n ਦਾ ਕੋਐਫੀਸ਼ੀਐਂਟ ਕਾਂਸਟੈਂਟ ਟਰਮ ਦੇ ਬਰਾਬਰ ਹੋ ਗਈ, ਤੇ ਓਬਵੀਅਸਲੀ 1 ਤਾਂ 1 ਦੇ ਬਰਾਬਰ ਹੁੰਦਾ ਹੀ ਹੈ। ਸੋ ਇੱਥੇ ਕੋਐਫੀਸ਼ੀਐਂਟ ਕੰਪੇਅਰ ਕਰ ਸਕਦੇ ਹਾਂ ਆਪਾਂ ਜਦੋਂ ਲੀਡਿੰਗ ਕੋਐਫੀਸ਼ੀਐਂਟ 1 ਹੁੰਦਾ, ਜਾਂ ਕਹਿ ਲਓ ਕਿ ਕੋਈ ਇੱਕ ਹੋ। ਇਹ ਵੀ ਹੋ ਸਕਦਾ ਸੀ ਵੀ ਇੱਥੇ 1 1 ਆ ਜਾਂਦਾ, ਹੋਣਾ ਕੀ ਸੀ ਇਹਦੇ ਨਾਲ, ਇੱਥੇ 1 1 ਬਣ ਜਾਣਾ ਸੀ ਆਪਣਾ, ਇੱਥੇ ਕੁਛ ਹੋਰ ਹੋਣਾ ਸੀਗਾ। ਇੱਥੇ ਮੰਨ ਲਓ l ਹੀ ਹੁੰਦਾ, l ਨਹੀਂ, ਹਾਂ 2a ਹੀ ਹੁੰਦਾ, ਇੱਥੇ l ਹੁੰਦਾ, ਫਿਰ ਇੱਥੇ 2a/l ਆ ਜਾਣਾ ਸੀਗਾ, ਤੇ ਅਲਟੀਮੇਟਲੀ ਕੀ ਹੋ ਜਾਣਾ ਸੀ, ਫਿਰ 2a = l ਹੋ ਜਾਣਾ ਸੀਗਾ। ਮਤਲਬ ਕੋਈ ਵਿੱਚ 1 1 ਜਦੋਂ ਆ ਜਾਂਦਾ ਉਦੋਂ ਕੰਪੇਅਰ ਹੁੰਦੇ ਕੋਐਫੀਸ਼ੀਐਂਟ, ਅਦਰਵਾਈਜ਼ ਪ੍ਰਪੋਰਸ਼ਨੈਲਿਟੀ ਦੇ ਰਿਜ਼ਲਟ ਲੱਗਦੇ ਆ। ਅੱਛਾ, ਹੁਣ ਇੱਥੇ ਕੀ ਕਰੋ, ਇੱਥੇ l ਦੀ x1 ਦੀ ਵੈਲਿਊ ਕੱਢੋ, ਇਹਨੂੰ ਤੇ ਇਹਨੂੰ ਕੰਪੇਅਰ ਕਰਕੇ 2ax1/n ਤੇ ਬਰਾਬਰ ਕੀ ਦੇ ਆ 2a/l। ਇੱਥੋਂ x1 ਦੀ ਵੈਲਿਊ ਕੱਢੋ, 2a ਨਾਲ 2 ਗਿਆ, x1 ਦੀ ਵੈਲਿਊ ਆ ਗਈ n/l। ਸਿਮਿਲਰਲੀ ਇਹਨੂੰ ਇਹਦੇ ਨਾਲ ਕੰਪੇਅਰ ਕਰਕੇ y1 ਦੀ ਵੈਲਿਊ ਜਦੋਂ ਕੱਢੀ, ਇਹ ਉੱਧਰ ਚਲਾ ਜਾਊਗਾ, ਹੈ ਨਾ, ਇਹ ਆ ਜਾਊਗਾ -2am/l, ਮਾਈਨਸ ਵੀ ਇੱਧਰ ਆ ਗਿਆ ਨਾ। ਸੋ x1 y1 ਦੀ ਵੈਲਿਊ ਕੱਢ ਲਈ। ਹੁਣ ਇੱਕ ਚੀਜ਼ ਦੇਖੋ, x1 y1 ਕਿਹਦੇ ਤੇ ਲਾਈ ਕਰਦਾ, ਪੈਰਾਬੋਲਾ ਤੇ ਵੀ ਲਾਈ ਕਰਦਾ, ਇਸ ਲਾਈਨ ਦੇ ਉੱਪਰ ਵੀ ਲਾਈ ਕਰਦਾ, ਪਰ ਪੈਰਾਬੋਲਾ ਤੇ ਤਾਂ ਕਰਦਾ ਹੀ ਆ। ਸੋ ਮੈਂ ਇਹ ਚੀਜ਼ ਲਿਖ ਸਕਦਾ ਕਿ y1² = 4ax1, ਹਾਂ ਲਿਖ ਸਕਦਾ। ਸੋ y1 ਦੀ ਵੈਲਿਊ ਕੀ ਆਈ ਸੀਗੀ ਆਪਣੇ ਕੋਲੇ, -2am/l ਦਾ ਸਕੇਅਰ, x1 ਦੀ ਵੈਲਿਊ ਕੀ ਆਈ ਸੀ, n/l। ਦੇਖੋ ਬਣ ਗਿਆ ਰਿਲੇਸ਼ਨ, ਜਿਹਦੇ 'ਚ ਕੀ ਆ, a ਆ, l ਆ, m ਆ, n ਆ, ਇਹਨਾਂ ਤੋਂ ਬਿਨਾਂ ਕੋਈ ਵੇਰੀਏਬਲ ਵਿੱਚ ਨਹੀਂ ਦੱਸ ਰਿਹਾ। ਸੋ ਇਹਨਾਂ ਨੂੰ ਸਿੰਪਲੀਫਾਈ ਕਰਨਾ, ਸਿੰਪਲੀਫਾਈ ਕਰਕੇ ਤੁਹਾਡੇ ਕੋਲ ਇਹ ਚੀਜ਼ ਬਣ ਜੂਗੀ nl/am²। ਤਾਂ ਪੁਆਇੰਟ ਆਫ ਕੰਟੈਕਟ ਲੱਭਣਾ, ਓਬਵੀਅਸਲੀ ਪੁਆਇੰਟ ਆਫ ਕੰਟੈਕਟ ਕੀ ਹੈ, x1 y1, ਇਹ ਤਾਂ ਲੱਭਿਆ ਗਿਆ। ਕੀ ਆਇਆ, n/l -2am/l, ਇਹ ਤਾਂ ਲੱਭ ਗਿਆ ਨਾਲ ਹੀ। ਸੋ ਇਹ ਖਤਮ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਲੈਂਥ ਆਫ ਇੰਟਰਸੈਪਟ ਲਿਖਿਆ ਹੋਇਆ ਆਰਟੀਕਲ 14, ਇਹ ਵੀ ਕਰ ਹੀ ਲਓ। ਕੰਡੀਸ਼ਨ ਆਫ ਟੈਂਜੈਂਸੀ ਆ ਐਵੇਂ ਜੀ, ਇੱਕ ਫੇਰ ਦਿੱਤੀ ਹੋਈ ਹੈ, ਕਰੋਲਰੀ ਰਹਿਣ ਦਿਓ ਉਹ ਬਾਰ-ਬਾਰ। ਫਿਰ 5th C ਦੇ ਕੁਐਸਚਨ ਦੇਖਦੇ ਹਾਂ। y = 4ax ਪੈਰਾਬੋਲਾ ਦਿੱਤਾ, ਆਰਟੀਕਲ 14 ਮੈਂ ਇੱਥੋਂ ਦਿਖਾ ਦੇਣਾ, ਬਾਰ-ਬਾਰ ਮੈਂ ਨਹੀਂ ਲਿਖਣਾ, ਬਹੁਤ ਟਾਈਮ ਲੱਗਦਾ ਰਾਜੇ। ਫਾਈਂਡ ਦਾ ਲੈਂਥ ਆਫ ਇੰਟਰਸੈਪਟ ਮੇਡ ਬਾਈ ਦਾ ਪੈਰਾਬੋਲਾ, 2019 ਦੀ ਆ ਕਿਤਾਬ, ਇੰਨੀ ਪੁਰਾਣੀ ਨਹੀਂ ਹੈ, ਨਵੀਆਂ 'ਚ ਵੀ ਇਹੀ ਹੋ। ਜਾਣੀ ਕਿ ਇਹ ਲਾਈਨ ਜਦੋਂ ਪੈਰਾਬੋਲਾ ਨੂੰ ਕੱਟਦੀ ਆ ਤਾਂ ਲੈਂਥ ਆਫ ਇੰਟਰਸੈਪਟ ਕੀ ਬਣਦੀ ਹੈ, ਇੱਕ ਪੈਰਾਬੋਲਾ ਇੱਕ ਲਾਈਨ ਨੂੰ ਕੱਟਦੀ ਆ, ਇੱਥੋਂ ਤੋਂ ਲੈ ਕੇ ਉਹ ਇੱਥੋਂ ਤੱਕ, ਇਹ ਜਿਹੜਾ ਇੰਟਰਸੈਪਟ ਆ ਇਹਦੀ ਲੈਂਥ, ਲਾਈਨ ਦੀ ਇਕੁਏਸ਼ਨ ਦਿੱਤੀ ਹੈ ਇਹਨਾਂ ਨੇ, y(mx + c), ਪੈਰਾਬੋਲਾ ਦੀ ਇਕੁਏਸ਼ਨ ਦਿੱਤੀ ਹੈ y² = 4ax, ਇਹ ਲੈਂਥ ਮੈਜ਼ਰ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਇਹਨੂੰ ਮੰਨ ਲਓ ਪੁਆਇੰਟ ਨੂੰ x1 y1, ਇਹਨੂੰ ਮੰਨ ਲਓ x2 y2। ਹੁਣ ਜਾਣੀ ਕਿ ਆਪਾਂ ਪਤਾ ਕੀ ਕਰਨਾ, ਆਪਾਂ ਲੈਂਥ ਆਫ ਇੰਟਰਸੈਪਟ ਕੀ ਹੁੰਦੀ ਹੈ ਦੇਖ ਕੇ ਆਪਾਂ ਨੂੰ ਇੱਥੋਂ ਪਤਾ ਲੱਗੀ ਜਾਂਦਾ ਕੀ ਆਊਗਾ, x1 ਜਾਂ ਕਹਿ ਲਓ ਕਿ x2 - x1 ਦਾ ਸਕੇਅਰ
y2 ਮਾਈਨਸ y1 ਸਕੇਅਰ। ਇਸ ਤੋਂ ਬਿਨਾਂ ਤਾਂ ਕੁਝ ਹੁੰਦੀ ਹੀ ਨਹੀਂ, ਜਾਣੀ ਕਿ ਇਹ ਕੁਐਸਚਨ ਖਤਮ ਥੋੜੀ ਹੋ ਗਿਆ ਸਾਡੇ, ਕਿਉਂਕਿ ਇਹ ਪੁਆਇੰਟ ਤਾਂ ਆਪਾਂ ਆਪ ਮੰਨੇ ਆ। ਠੀਕ ਹੈ, ਸੋ ਇਹ ਸਾਰਾ ਕੁਝ ਆਪਾਂ ਕੈਲਕੂਲੇਟ ਕਰਨਾ। ਤੁਹਾਡੀ ਬੁੱਕ 'ਤੇ ਲਿਖਿਆ ਹੋਇਆ ਉਹਨੇ। ਪਹਿਲਾਂ ਤਾਂ ਰਾਜੇ ਇਹਨਾਂ ਪੁਆਇੰਟਾਂ ਵੱਲ ਗੌਰ ਨਾਲ ਦੇਖੋ। ਇਹ ਪੁਆਇੰਟ ਆਫ ਇੰਟਰਸੈਕਸ਼ਨ ਆ ਕਿਹਦੇ, ਇਸ ਲਾਈਨ ਦੇ ਅਤੇ ਇਸ ਪੈਰਾਬੋਲਾ ਦੇ। ਆਪਾਂ ਕੱਢ ਲੈਂਦੇ ਹਾਂ। ਠੀਕ ਹੈ, ਲੈਟ ਐਂ ਕਰੋ, ਲੈਟ the equation of parabola is y square is equal to 4ax। ठीक है जी, ये पैराबोला दी इक्वेशन ऑफ लाइन केड़ी है, y is equal to mx plus c। ठीक है, अच्छा मान लो लेट इनू 1 मान लो, इनू 2 मान लो। लेट लाइन 2 कट्स 1 एट पॉइंट्स, किहड़े पॉइंट्स ते कटदी है, आपां मान लिया x1 y1 ते x2 y2। इन्हां 2 पॉइंट्स ते मान लिया भी ये कट करदी है। पर राजे देखो हुण ये पॉइंट ऑफ इंटरसैक्शन आ गई, पर आपां लभणे आ हजे, है ना। किवें लभगे, इन्हां नूं इहदे च पुट करो। x1 की वैल्यू हजे है नहीं, x2 की वैल्यू हजे है नहीं। फिर जिन्ना टाइम यही नहीं पता लगता, फिर ये किवें कड्डां x2 माइनस x1 की है, y2 माइनस y1 की है, मैनूं किवें पता लगूगा जिन्ना टाइम ये वैल्यू नहीं कढ़दे। सो कड्ढनी पैनी है। किवें कड्ढीए इहनूं, इहदे च पुट कर दो। पुट y mx प्लस c इन 1 की आऊगा। कई बार पुट कर लिया आपां, इहनूं सिंपलीफाई भी कई बार कर लिया। सिंपलीफाई करन दे बाद जो आऊगा मैं सीधा लिखना, पर पेपर 'च तुसीं सारा लिखोगे, सिंपलीफाई करोगे। ठीक है, ये आ गई क्वाड्रैटिक। हुण एक्स की वैल्यू तुसीं कहोगे सर हुण भी 1 आऊगी, पर 1 नहीं आउणी, क्योंकि टच वाले पॉइंट 2 आ। सो एक्स दी वैल्यू 2 आउणगियां। इन्हां ने मान ली लैट, पर किहड़ियां आउणगियां राजी, आ पईयां x1 ते x2 तुहाडे सामने पईयां। ठीक है, लैट तो फिर यदा मतलब की है, लैट x1 क्लीयरली, है ना, x दी वैल्यू की है, x1 ते x2 की होणगे, x दी वैल्यूज आउणगियां, मतलब आर रूट्स ऑफ, इनू लिख लो 3, रूट्स ऑफ 3, यही रूट आउणगे ना। फिर x1 ते x2 दी वैल्यू तां ही मैं कहूँगा भी x1 ते x2 आ गई, सॉरी x दी वैल्यू फिर ही मैं कहूँगा ना जे ये आउणगियां, तो फिर उन्होंने मैं इत्थे रखूँगा, फिर मैं सॉल्व करूँगा, फिर मैनू जाके किते y1 ते y2 लभणगे। सो इहदा मतलब ये रूट इहदे आउणे चाहीदे आ, सीधी जी गल। हुण जानी कि ये इहदे रूट हो गए। क्यों रूट हो गए, क्योंकि मैं ये पॉइंट 2 मन्ने सी। जे मैं ये रूट मनूंगा तो मैनू ये पॉइंट मनने पैणगे। जे मैं पॉइंट मन लिया, हुण ये रूट हो गए। x1 ਤੇ x2 ਦਾ ਸਮ ਕਰੋ। ਸਮ ਆਫ ਫਰੂਟ ਕੀ ਆਉਂਦਾ ਹੁੰਦਾ ਰਾਜੇ? ਸਮ ਆਫ ਫਰੂਟ ਮੈਂ ਇੱਕ ਦਿਨ ਤੁਹਾਨੂੰ ਬਾਈ ਮਿਸਟੇਕ ਇੱਕ ਅਲਜਬਰਾ ਟ੍ਰਿਗਨੋਮੈਟ੍ਰਿਕ 'ਚ ਇੱਕ ਐਕਸਰਸਾਈਜ਼ ਕਰਾਉਣ ਲੱਗਿਆ ਸੀ, ਪਰ ਉਹ ਸਿਲੇਬਸ 'ਚ ਨਹੀਂ ਸੀ। ਉਹਦੇ 'ਚ ਮੈਂ ਇਹ ਚੀਜ਼ ਤੁਹਾਨੂੰ ਦੱਸੀ ਸੀਗੀ, ਸਮ ਆਫ ਫਰੂਟ। ਰਾਜੇ ਸਮ ਆਫ ਫਰੂਟ ਜਦੋਂ ਵੀ ਕੱਢਣਾ ਨਾ, ਇਹਨੂੰ ਪਹਿਲਾਂ ਤਾਂ ਲੀਡਿੰਗ ਕੋਐਫੀਸ਼ੀਐਂਟ ਨੂੰ 1 ਬਣਾ ਲਈਦਾ ਹੁੰਦਾ। ਮੈਨੂੰ ਲੱਗਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਯਾਰ, ਇਹ +2 ਵਾਲਾ ਕੰਮ ਆ। आई थिंक ये ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਨਾ ਪਤਾ ਲੱਗਿਆ ਤਾਂ ਮੈਨੂੰ ਦੱਸ ਦਿਓ, ਮੈਂ ਕਿਉਂਕਿ ਟਾਈਮ ਖਰਾਬ ਹੁੰਦਾ ਫਿਰ, ਹੈ ਨਾ। ਆਪਾਂ ਕੋਈ ਕੰਮ ਦੀ ਗੱਲ ਤਾਂ ਕਰੀਏ ਨਾ। ਸਮ ਆਫ ਫਰੂਟ, ਪ੍ਰੋਡਕਟ ਆਫ ਫਰੂਟ ਕਿਵੇਂ ਕੱਢੀ ਦੇ ਆ, ਹੈ ਨਾ, ਉਹ ਸਾਰਾ ਕੁਝ ਪਤਾ ਹੋਊਗਾ ਤੁਹਾਨੂੰ। ਇਹਨੂੰ ਇਹਦੇ ਨਾਲ ਡਿਵਾਈਡ ਕਰ ਦਈਦਾ ਹੁੰਦਾ, ਲੀਡਿੰਗ ਕੋਐਫੀਸ਼ੀਐਂਟ ਨੂੰ, ਅਤੇ ਅੱਗੇ ਲਾ ਦਈਦਾ ਨੈਗੇਟਿਵ। ਇਹ ਆਉਂਦਾ ਹੁੰਦਾ ਸਮ ਆਫ ਫਰੂਟ। ਅਤੇ ਉਸ ਤੋਂ ਬਾਅਦ ਪ੍ਰੋਡਕਟ ਆਫ ਫਰੂਟ ਕੀ ਆਉਂਦਾ ਹੁੰਦਾ, ਇਹਨੂੰ ਇਹਦੇ ਨਾਲ ਵੀ ਡਿਵਾਈਡ ਕਰਨਾ, ਇਹਨੂੰ ਤਾਂ ਸਾਰਿਆਂ ਨਾਲ ਡਿਵਾਈਡ ਕਰਨਾ ਪੈਂਦਾ, पर अगे साइन हुण चेंज नहीं करीदा। जे इस तो बाद कुछ आउंदा तो साइन चेंज करना सी, उस तो बाद कुछ आउंदा साइन चेंज नहीं करना, बस इन्नी गल सी। हुण सम ऑफ फ्रूट ते प्रोडक्ट ऑफ फ्रूट लभ गया। हुण अगे करो। राजे x2 ते x1 दा मॉड नहीं, ऐ करो, इहदा स्केयर ही कैलकुलेट कर रहे हैं ना आपां, इहदा स्केयर ही चाहिदा आपां नूं। ਕੀ ਹੋਊਗਾ ਕਿ ਮੈਂ ਇਹ ਫਾਰਮੂਲਾ ਤੁਸੀਂ ਪੜ੍ਹਿਆ ਹੋਣਾ ਕਦੇ ਵੀ ਇਹ ਦੇ ਬਰਾਬਰ ਹੁੰਦਾ। ਇਹ ਕਈ ਜਗ੍ਹਾ 'ਤੇ ਵਰਤਣਾ, ਆਪਾਂ ਬਹੁਤ ਜਗ੍ਹਾ 'ਤੇ ਵਰਤਣਾ। ਪਲੇਨ ਜਮੈਟਰੀ 'ਚ ਤਾਂ ਵਰਤਣਾ ਹੀ ਵਰਤਣਾ, ਹਜੇ ਸੋਲਿਡ ਜਮੈਟਰੀ 'ਚ ਵੀ ਬਹੁਤ ਜਗ੍ਹਾ ਇਹ ਫਾਰਮੂਲਾ ਵਰਤਣਾ ਅਗਲੇ ਸਮੈਸਟਰ 'ਚ।
ਇਹਨੂੰ ਖੋਲ ਕੇ ਦੇਖ ਲਓ, x2 ਸਕੇਅਰ x1 ਸਕੇਅਰ ਆ ਜਾਊਗਾ। ਫਿਰ 2x2 x1 ਨੂੰ ਇਹਦੇ ਨਾਲ ਘਟਾਵਾਂਗੇ, ਜਦੋਂ ਮਾਈਨਸ 'ਚ 2x2 x1 ਰਹਿ ਜਾਊਗਾ, ਇਹਦੇ ਬਰਾਬਰ ਆ ਜਾਂਦਾ ਹੁੰਦਾ ਹੈ। ਇਹ ਫਾਰਮੂਲਾ ਦੋਵੇਂ ਇਹ ਬਰਾਬਰ ਹੁੰਦੇ ਆ। ਖੋਲ ਕੇ ਦੇਖ ਲਿਓ, ਇਹਦੇ ਬਰਾਬਰ ਹੀ ਬਣ ਜਾਣਾ। ਇਹਨੂੰ ਵੀ ਖੋਲ ਲਓ ਇੱਕ ਵਾਰੀ, ਸੋਲਵ ਕਰ ਲਓ, ਇਹਨੂੰ ਵੀ ਖੋਲ ਲਓ ਇੱਕ ਵਾਰੀ, ਸੋਲਵ ਕਰ ਲਓ, ਦੋਵੇਂ ਸੇਮ ਚੀਜ਼ਾਂ ਬਣਨਗੀਆਂ। ਅੱਛਾ, ਸਮ ਤਾਂ ਆਪਾਂ ਕੱਢਿਆ ਹੋਇਆ, ਸਮ ਫਰੂਟ ਆ ਪਿਆ, ਇਹ ਪੁੱਟ ਕਰ ਦਿਓ। ਪੁੱਟ ਕਰੋ, ਇੱਥੇ ਕੀ ਆਊਗਾ, -2 MC - 2A ਬਾਏ M ਸਕੇਅਰ ਆ ਨਾ, ਇਹਦਾ ਹੋਲ ਸਕੇਅਰ -4 x1 x2 ਵੀ ਕੱਢਿਆ ਹੋਇਆ ਆ ਪਿਆ, C ਸਕੇਅਰ M ਸਕੇਅਰ ਆ ਗਿਆ। ਹੁਣ ਇਹਨੂੰ ਸੋਲਵ ਕਰੋ, ਇਹਨੂੰ ਸੋਲਵ ਕਰੋਗੇ ਕੀ ਆਊਗਾ, 4 ਹੈ ਨਾ, M ਦੀ 4, ਇੱਥੇ ਕੀ ਆਊਗਾ MC - 2A ਦਾ ਹੋਲ ਸਕੇਅਰ -4C ਸਕੇਅਰ M ਸਕੇਅਰ। ਜੇ ਇਹਦਾ ਅੰਡਰ ਰੂਟ ਕਰੀਏ ਫਿਰ ਜ਼ਿਆਦਾ ਸੌਖਾ ਹੋ ਜਾਣਾ ਸੀਗਾ, ਕਿਉਂਕਿ ਬੁੱਕ 'ਤੇ ਅੰਡਰ ਰੂਟ ਕੀਤਾ ਹੋਇਆ, ਉਹਨੇ ਮੋਡ ਪਾ ਕੇ ਹੱਲ ਕੀਤਾ ਹੋਇਆ ਇਹਦਾ। ਚਲੋ ਛੱਡੋ, 4 ਬਾਏ ਇੱਥੇ M ਦੀ 4 ਆਉਣਾ ਸੀ ਕਿ M ਸਕੇਅਰ, M ਦੀ 4 ਬਾਏ M ਦੀ 4 ਨੂੰ ਬਾਹਰ ਕੱਢੋ, ਦੇਖਦੇ ਆਪਾਂ ਉਸ ਹਿਸਾਬ ਨਾਲ ਬਣਾ ਲੈਂਦੇ ਹਾਂ। 4 ਬਾਏ M ਦੀ 4 ਨੂੰ ਬਾਹਰ ਕੱਢ ਲਿਆ, ਪਿੱਛੇ ਕੀ ਰਹਿ ਗਿਆ, MC - 2A ਦਾ ਹੋਲ ਸਕੇਅਰ, ਇੱਥੇ ਕੀ ਆ ਜਾਊਗਾ 4M ਸਕੇਅਰ C ਸਕੇਅਰ, ਇਹੀ ਬਚ ਜੂਗਾ। ਇਹਨੂੰ ਸੋਲਵ ਕਰ ਲਓ, ਹੁਣ ਕੀ ਆਊਗਾ, M ਸਕੇਅਰ C ਸਕੇਅਰ ਪਲੱਸ 4A ਸਕੇਅਰ -4AMC -4M ਸਕੇਅਰ C ਸਕੇਅਰ, ਹੈ ਨਾ। ਅੱਛਾ, ਇਹਨੂੰ ਸੋਲਵ ਕੀਤਾ, ਓਕੇ ਆ। ਇੱਥੇ ਇਹਨੂੰ ਆਪਣੇ ਕੋਲੇ ਇੱਥੇ 4 ਆਉਣਾ ਚਾਹੀਦਾ ਸੀ। ਅੱਛਾ, 4 ਇਹਦੇ 'ਚੋਂ ਵੀ ਬਾਹਰ ਕੱਢਣਾ, 4 ਸਾਰੇ 'ਚੋਂ ਬਾਹਰ ਕੱਢੋ ਨਾ, ਇੱਥੋਂ ਵੀ 4 ਗਿਆ, ਇੱਥੋਂ ਵੀ 4 ਗਿਆ, ਫਿਰ ਇਹਦੇ ਨਾਲ ਕੈਂਸਲ ਹੋ ਗਿਆ, ਬਚਿਆ ਕਿ 4 ਬਾਏ M ਦੀ 4 4A ਸਕੇਅਰ, ਇੱਥੇ 4 ਆਊਗਾ, ਹਾਂ 4 ਆਊਗਾ, ਆਊਗਾ 4A ਸਕੇਅਰ 4AMC, 4 ਬਾਹਰ ਕੱਢੋ, ਕੀ ਆਊਗਾ 16, ਹੈ ਨਾ, M ਦੀ 4 A ਸਕੇਅਰ -AMC, ਇਹਨੂੰ ਰੱਖ ਲਓ, ਇਹ ਆ ਗਿਆ x2 - x1 ਦਾ ਹੋਲ ਸਕੇਅਰ, ਠੀਕ ਹੈ। ਜਿੱਥੇ ਇਹਦੀ ਲੋੜ ਪਈ ਇਹਨੂੰ ਪੁੱਟ ਕਰ ਲਾਂਗੇ। ਹੁਣ y2 - y1 ਨੂੰ ਸੋਲਵ ਕਰਨਾ ਪੈਣਾ ਆਪਾਂ ਨੂੰ। ਰਾਜੇ ਜੇ ਮੈਂ ਇਹਦਾ ਅੰਡਰ ਰੂਟ ਕਰਦਾ, ਮੇਰੇ ਕੋਲ ਨਾ ਇੱਕ ਬਹੁਤ ਵਧੀਆ ਵੈਲਿਊ ਆਊਗੀ, ਜੇ ਕਰਨਾ ਕਰ ਲਓ, ਨਹੀਂ ਤਾਂ ਚਲੋ ਸਿੱਧਾ ਹੀ ਚਲੋ। y1 ਆ ਜਿਹੜਾ x1 y1 x1 y1 ਇਹ ਪੁਆਇੰਟ ਆ ਜਿਹੜੇ, ਇਹ ਲਾਈਨ ਦੇ ਉੱਪਰ ਵੀ ਲਾਈ ਕਰ ਰਹੇ ਆ ਅਤੇ ਕਰਵ ਦੇ ਉੱਪਰ, ਯਾਨੀ ਕਿ ਇਸ ਦੇ ਉੱਪਰ ਵੀ ਹੈ, ਲਾਈਨ ਦੇ ਉੱਪਰ ਵੀ ਹੈ, ਅਤੇ ਸੌਰੀ ਪੈਰਾਬੋਲਾ ਦੇ ਉੱਪਰ ਵੀ ਹੈ ਅਤੇ ਲਾਈਨ ਦੇ ਉੱਪਰ ਵੀ ਹੈ। ਲਾਈਨ ਕੀ ਸੀ, ਇਹ ਵਾਲੀ, ਅਤੇ ਮੈਂ ਇਹਦੇ 'ਚ ਜਦੋਂ ਪੁੱਟ ਕਰੂੰਗਾ ਇਹਨਾਂ ਨੂੰ ਸੈਟਿਸਫਾਈ ਕਰਨਗੇ, ਹਾਂ ਕਰਨਗੇ। ਸੋ ਮੈਂ ਪੁੱਟ ਕਰਤਾ, ਹੁਣ ਦੋਵਾਂ ਦਾ ਡਿਫਰੈਂਸ ਕਰੋ, y2 - y1 ਕੀ ਆਊਗਾ, M x2 - x1, ਹੈ ਨਾ, C ਨਾਲ C ਕੈਂਸਲ ਹੋ ਗਿਆ, ਅਤੇ ਇਹਦੀ ਸਕੇਅਰਿੰਗ ਕਰ ਦਿਓ, ਕੀ ਆਊਗਾ M ਸਕੇਅਰ x2 - x1 ਦਾ ਹੋਲ ਸਕੇਅਰ। ਅੱਛਾ, ਹੁਣ ਲੈਂਥ ਆਫ ਇੰਟਰਸੈਪਟ 'ਚ ਪੁੱਟ ਕਰੋ ਇਹਨੂੰ, ਕੀ ਆਊਗਾ, ਕੀ ਸੀਗੀ ਆਪਣੇ ਕੋਲੇ, x2 - x1 ਦਾ ਸਕੇਅਰ, y2 - y1 ਦਾ ਸਕੇਅਰ, ਇਹੀ ਸੀ ਨਾ। ਇਹਦੇ 'ਚ ਪੁੱਟ ਕਰੋ, ਪਹਿਲਾਂ ਤਾਂ ਇਹਦੀ ਵੈਲਿਊ ਇਹਨੂੰ ਉਵੇਂ ਹੀ ਰਹਿਣ ਦਿਓ, ਇਹਦੇ 'ਚ ਵੈਲਿਊ ਇਹ ਪੁੱਟ ਕਰ ਦਿਓ, ਕੀ ਹੈ ਇਹ M ਸਕੇਅਰ x2 - x1 ਸਕੇਅਰ। ਇਹਦੇ 'ਚ ਐਂ ਕਰੋ, x2 - x1 ਸਕੇਅਰ ਕਾਮਨ ਕੱਢ ਲਿਆ, ਪਿੱਛੇ ਕੀ ਰਹਿ ਗਿਆ 1 + M ਸਕੇਅਰ। ਹੁਣ ਇਹਦੇ 'ਚ ਵੈਲਿਊ ਭਰੋ ਜਿਹੜੀ ਆਪਾਂ ਕੱਢੀ ਸੀ, ਕੀ ਸੀਗੀ ਉਹ ਵੈਲਿਊ, ਇੱਥੇ ਭਰਦਾ, ਇੱਥੇ ਭਰ ਦੇਣਾ, ਇਹ ਵੈਲਿਊ ਆ 16 M ਦੀ 4
ए ਸਕੁਅਰ ਮਾਈਨਸ AMC ਇਹ ਕੱਢੀ ਸੀ ਆਪਾਂ ਹੈ ਨਾ, ਤੇ ਅੰਦਰ ਕੀ ਰਹਿ ਗਿਆ 1 ਪਲੱਸ M ਸਕੁਅਰ। ਰਾਜੇ ਇਹਦੇ ਚੋਂ ਆ ਬਾਹਰ ਕੱਢ ਸਕਦੇ ਆਪਾਂ, ਕੀ ਆ ਜਾਊਗਾ 4/M ਸਕੁਅਰ ਹੈ ਨਾ, ਬਾਕੀ ਅੰਦਰ ਕੀ ਰਹਿ ਗਿਆ A ਸਕੁਅਰ ਮਾਈਨਸ AMC, ਤੇ ਹੋਰ ਕੀ ਰਹਿ ਗਿਆ 1 ਪਲੱਸ M ਸਕੁਅਰ। ਆ ਗਈ ਲੈਂਥ ਆਫ ਇੰਟਰਸੈਪਟ, ਬਸ ਇਹ ਯਾਦ ਰੱਖ ਲਿਓ ਦਿਮਾਗ 'ਚ, ਠੀਕ ਹੈ। ਹੁਣ ਮੈਂ ਐਕਸਰਸਾਈਜ਼ ਦੇ ਕੁਐਸਚਨਾਂ 'ਤੇ ਚੱਲਿਆ, ਜਿਹੜੇ ਮੈਨੂੰ ਲੱਗਦੇ ਆ ਥੋੜ੍ਹੇ ਜਿਹੇ ਤੰਗ ਕਰਨ ਵਾਲੇ ਕੁਐਸਚਨ ਉਹ ਮੈਂ ਕਰਵਾਊਂਗਾ, ਠੀਕ ਆ। ਚਲੋ ਅਗਲੇ ਪਾਰਟ 'ਚ ਬਣਾਉਂਦੇ ਆ, ਮੈਂ 2 ਪਾਰਟ 'ਚ ਵੀਡੀਓ ਬਣਾਉਣ ਲੱਗਾ, ਅਗਲਾ ਪਾਰਟ ਦੇਖਦੇ ਹਾਂ। ਓਕੇ, ਇਹ ਇੱਕ ਪਾਰਟ ਕੰਪਲੀਟ ਆ।